ਸਿਆਸੀ ਮਨਾਜ਼ਰਾ ਦੇ ਨਾਜ਼ਰੀਨ ਅਸਲਾਮੁ ਅਲੈਕੁਮ। ਉਮੀਦ ਕਰਨਾ ਵਾਂ ਕਿ ਤੁਸੀਂ ਸਭ ਲੋਕ ਖੈਰੀਅਤ ਨਾਲ ਹੋਵੋਗੇ। ਦੋਸਤੋ, ਤੁਹਾਨੂੰ ਪਤਾ ਹੈ ਕਿ 1 ਸਾਲ ਤੋਂ ਸਾਡਾ ਇੱਕ ਸਿੰਗਰ ਪਾਕਿਸਤਾਨ ਦੇ ਵਿੱਚੋਂ ਉੱਠ ਕੇ ਬੜਾ ਫੇਮਸ ਹੋਇਆ, ਜਿਹਦਾ ਨਾਂ ਹੈ ਚਾਹਤ ਫਤਿਹ ਅਲੀ ਖਾਨ, ਜਿਹਨੇ ਕੁਛ ਅਰਸੇ ਦੇ ਵਿੱਚ ਕੋਈ 5-6 ਗਾਣੇ ਰਿਲੀਜ਼ ਕੀਤੇ ਨੇ। ਅਤੇ ਉਹਦੇ ਬਾਰੇ ਜੀ ਅਸੀਂ ਗੱਲ ਕਰਨ ਵਾਸਤੇ ਅੱਜ ਸਾਡੇ ਬਹੁਤ ਹੀ ਪਿਆਰੇ ਤਜੀਆ ਨਿਗਾਰ ਇਸ਼ਫਾਕ ਸਾਗਰ ਸਾਹਿਬ ਮੌਜੂਦ ਹੈ, ਉਹਨਾਂ ਨੂੰ ਬੁਲਾਇਆ ਹੈ। ਜੋ ਵੀ ਸਾਡੇ ਮੁਲਕ ਦਾ ਅਹਿਵਾਲ ਹੈ ਜਾਂ ਪਸ ਮੰਜ਼ਰ ਹੈ ਉਹ ਆਪਣੇ ਗਾਣਿਆਂ 'ਚ ਬਿਆਨ ਕਰਦੇ ਨੇ। ਅਤੇ ਅਸੀਂ ਇਸ਼ਫਾਕ ਭਾਈ ਨੂੰ ਪੁੱਛਦੇ ਹਾਂ ਇਹਨਾਂ ਦੇ ਪਿੱਛੇ ਕੀ ਸਿਆਸੀ ਪਸ ਮੰਜ਼ਰ ਹੈ। ਜੀ ਇਸ਼ਫਾਕ ਭਾਈ। ਜੀ ਇਹ ਚਾਹਤ ਫਤਿਹ ਅਲੀ ਖਾਨ ਸਾਹਿਬ ਜਿਹੜੇ ਨੇ ਨਾ, ਲੋਕ ਇਹਨਾਂ ਨੂੰ ਦੇਖ ਕੇ ਸਿਰਫ ਹੱਸ ਕੇ ਇੱਧਰ ਉੱਧਰ ਹੋ ਜਾਂਦੇ ਨੇ, ਲੇਕਿਨ ਇਹ ਬੜੇ ਜੀਨੀਅਸ ਕਿਸਮ ਦੇ, ਬੜੇ ਸਮਝਦਾਰ ਸੁਲਝੇ ਹੋਏ ਇਨਸਾਨ ਨੇ ਔਰ ਬਹੁਤ ਸਾਰੇ ਸ਼ੋਬਿਆਂ ਦੇ ਵਿੱਚ ਇਹਨਾਂ ਨੂੰ ਅਬੂਰ ਹਾਸਲ, ਔਰ ਬੜੇ ਅੱਛੇ ਸਿਆਸੀ ਤਜਜ਼ੀਆ ਨਗਾਰ ਨੇ। ਲੇਕਿਨ ਉਹਨਾਂ ਨੇ ਆਪਣੀ ਟੁੱਟੀ ਫੁੱਟੀ ਸ਼ਾਇਰੀ, ਮਜ਼ਾਹੀਆ ਜੀ ਗਾਇਕੀ ਦੇ ਵਿੱਚ ਮੁਲਕ ਦੇ ਸਿਆਸੀ ਹਾਲਾਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਕੌਮ ਨੂੰ ਪਤਾ ਨਹੀਂ ਲੱਗਾ। ਕੌਮ ਨੇ ਸਿਰਫ ਉਹਨਾਂ ਨੂੰ ਇੰਜੋਏ ਕੀਤਾ। ਉਹਨਾਂ ਨੇ ਮੁਲਕ ਦੇ ਸਿਆਸੀ ਜਿਹੜੇ ਹਾਲਾਤ, ਜਿਹੜੇ ਖਰਾਬ ਤਰੀਨ ਦੌਰ ਗੁਜ਼ਰੇ ਨੇ, ਉਹ ਸਿਰਫ ਉਹਨੂੰ ਬਿਆਨ ਕਰਦੇ ਰਹੇ ਨੇ। ਲੋਕਾਂ ਨੂੰ ਉਹਨਾਂ ਨੂੰ ਸਮਝਿਆ ਹੀ ਨਹੀਂ। ਅਤੇ ਇਸ਼ਫਾਕ ਭਾਈ, ਜਿੰਝ ਤੁਹਾਨੂੰ ਪਤਾ ਉਹਨਾਂ ਨੇ 4 ਗਾਣੇ ਰਿਲੀਜ਼ ਕੀਤੇ ਆ, ਇਹਨਾਂ ਦੇ ਪਿੱਛੇ ਕੀ ਸਿਆਸੀ ਪਸ ਮੰਜ਼ਰ ਹੈ। ਉਹਨਾਂ ਨੇ ਪਹਿਲਾ ਗਾਣਾ ਰਿਲੀਜ਼ ਕੀਤਾ ਇਹ ਜੋ ਮੇਰਾ PSL ਹੈ, ਉਹਦੇ ਵਿੱਚ ਹੀ ਇੱਕ ਬੋਲ ਸੀ ਇਹ ਜੋ ਝੰਡਾ ਹੈ ਇਸਕੇ ਅੰਦਰ ਡੰਡਾ ਹੈ, ਇਹ ਕੀ ਬਾਤ ਹੋਈ ਜੀ? ਆਵਾਮ ਨੂੰ ਇਹ ਪਤਾ ਹੈ ਕਿ ਸ਼ਾਇਦ PSL ਹੋ ਰਿਹਾ ਹੈ, ਕ੍ਰਿਕਟ ਟੂਰਨਾਮੈਂਟ ਹੋ ਰਿਹਾ, ਔਰ ਉਸ ਦੌਰਾਨ ਉਹਨਾਂ ਨੇ ਇਹ ਗਾਣਾ ਗਾਇਆ, ਲੇਕਿਨ ਇਹਦੇ ਪਿੱਛੇ ਹਕੀਕਤ ਹੋ ਰਿਹਾ ਹੈ। PSL ਜੋ ਹੈ ਨਾ, ਪਾਕਿਸਤਾਨ ਦੇ ਵਿੱਚ ਜਿਹੜੀ ਕ੍ਰਿਕਟ ਟੂਰਨਾਮੈਂਟ ਹੋ ਰਿਹਾ ਸੀ, ਉਸ ਦੌਰਾਨ ਇਹ ਗਾਣਾ ਰਿਲੀਜ਼ ਹੋਇਆ ਜਦੋਂ ਪਾਕਿਸਤਾਨ ਇੱਕ ਕ੍ਰਿਕਟਰ ਦੇ ਹੱਥ ਦੇ ਵਿੱਚ ਦਿੱਤਾ ਗਿਆ ਸੀ, ਔਰ ਉਸ ਕ੍ਰਿਕਟਰ ਨੇ ਪਾਕਿਸਤਾਨ ਦੀ ਐਸੀ ਦੀ ਤੈਸੀ ਫੇਰੀ ਹੈ। ਪਾਕਿਸਤਾਨ ਨੂੰ ਨਿਸਤੋ ਨਬੂਦ ਕਰਨ ਵਾਸਤੇ ਉਹਨੇ ਹਰ ਮੁਮਕਿਨ ਕੋਸ਼ਿਸ਼ ਕੀਤੀ ਹੈ। ਔਰ ਉਹ ਹਾਲਾਤ ਬਿਆਨ ਕਰ ਰਹੇ ਸੀ ਚਾਹਤ ਫਤਿਹ ਅਲੀ ਖਾਨ ਸਾਹਿਬ ਕਿ ਇਹ ਜਿਹੜੀ PSL ਤੋਂ ਮੁਰਾਦ, ਉਹ ਇੱਕ ਕ੍ਰਿਕਟਰ ਨੂੰ ਮੈਂਸ਼ਨ ਕਰ ਰਹੇ ਸੀ ਕਿ ਇਹ ਕ੍ਰਿਕਟਰ ਨੂੰ ਮੁਲਕ ਦੇ ਕੇ ਤੇ ਬਰਬਾਦ ਕਰਵਾ ਲਿਆ। ਜਿੱਥੇ ਡੰਡੇ ਵਾਲੀ ਜਿਹੜੀ ਬਾਤ ਹੈ ਨਾ, ਤੁਹਾਨੂੰ ਬੜੀ ਅੱਛੀ ਤਰ੍ਹਾਂ ਯਾਦ ਹੋਏਗਾ ਕਿ ਇਹ जो झंडा है इसमें एक डंडा है, वो ਤੁਹਾਨੂੰ याद होएगा कि वो बाजवा साहब ने ਜਿਹੜਾ ਕੌਮ ਨੂੰ ਡੰਡਾ ਦਿੱਤਾ ਔਰ ਦਵਾਇਆ ਹੈ ਨਾ, ਉਸ ਡੰਡੇ ਦਾ ਜ਼ਿਕਰ ਕਰ ਰਹੇ ਸੀ ਕਿ ਕੌਮ ਨੇ ਹੱਸ ਹੱਸ ਕੇ ਨੱਚ ਕੇ ਇਮਰਾਨ ਖਾਨ ਨੂੰ ਅੱਗੇ ਲਿਆਂਦਾ ਸੀ, ਔਰ ਬਾਅਦ ਵਿੱਚ ਫਿਰ ਰੋ ਕੇ ਪਿੱਟ ਕੇ ਰੋ ਕੇ ਜਾਨ ਛੁਡਾਉਣ ਵਾਸਤੇ ਦੁਆਵਾਂ ਮੰਗਦੇ ਰਹੇ ਸੀ। ਅਤੇ ਸਾਗਰ ਭਾਈ, ਤੁਹਾਨੂੰ ਪਤਾ ਉਹਨਾਂ ਨੇ ਇਹ ਵੀ ਇੱਕ ਗਾਣਾ ਰਿਲੀਜ਼ ਕੀਤਾ ਕਮੀਜ਼ ਤੇਰੀ ਕਾਲੀ ਕਦੀ ਲਾਲੀ ਤੇ ਕਦੀ ਪਾ ਲਈ, ਇਹਦੇ ਪਿੱਛੇ ਕੀ ਸਿਆਸੀ ਪਸ ਮੰਜ਼ਰ ਹੋ ਸਕਦਾ ਹੈ? ਇਸ ਦੇ ਪਿੱਛੇ ਬੜੀ ਖਤਰਨਾਕ ਸਿਆਸੀ ਸਟੋਰੀ ਹੈ। ਗੌਰ ਕਰਿਓ ਜੇ ਮਾਜ਼ੀ ਦੇ ਵਿੱਚ ਪਿਛਲੇ 1 ਸਾਲ ਤੋਂ ਜਾਂ 1.5 ਸਾਲ ਤੋਂ ਜਦੋਂ ਦੀ ਇਮਰਾਨ ਖਾਨ ਦੀ ਹਕੂਮਤ ਗਈ ਹੈ, ਤੁਸੀਂ ਗੌਰ ਕਰਨਾ ਕਿ ਇਮਰਾਨ ਖਾਨ ਨੇ ਚੰਦ ਦਿਨ ਨਾ ਕੱਪੜੇ ਕੋਈ ਡਿਫਰੈਂਟ ਕਲਰ ਦੇ ਪਾਏ ਨੇ, ਕੋਈ ਰੈੱਡ ਕਲਰ ਦੀ ਸ਼ਰਟ ਪਾ ਲਈ, ਕੋਈ ਇਹ ਉਹ। ਫਿਰ ਬੁਸ਼ਰਾ ਮਨੀਕਾ ਜਿਹੜੀ ਹੈ ਨਾ, ਜਿਹੜੀ ਉਹਦੀ ਇਸ ਟਾਈਮ ਬੀਵੀ ਹੈ, ਖਾਵਰ ਮਨੀਕਾ ਸਾਹਿਬ ਦੀ ਜਿਹੜੀ ਬੇਗਮ ਬੁਸ਼ਰਾ, ਇਮਰਾਨ ਖਾਨ ਦੇ ਘਰ ਹੈ ਜਿਹੜੀ, ਉਹ ਪੀਰਨੀ ਹੈ ਇਮਰਾਨ ਖਾਨ ਦੀ, ਔਰ ਉਹਨੇ ਇਹਨੂੰ ਹੁਕਮ ਦੇ ਦਿੱਤਾ ਕਿ ਅੱਜ ਤੋਂ ਬਾਅਦ ਤੂੰ ਕਾਲੇ ਕੱਪੜੇ ਪਾਉਣੇ ਨੇ। ਲਓ ਜੀ, ਚੈੱਕ ਕਰ ਸਕਦੇ ਹੋ ਸਾਲ ਡੇਢ ਦਾ ਰਿਕਾਰਡ। ਇਮਰਾਨ ਖਾਨ ਦਾ ਹਰ ਜਲਸਾ ਕਾਲੇ ਕੱਪੜੇ ਨੇ, ਹਰ ਉਹਦੀ ਟਾਕ ਸ਼ੋ, ਹਰ ਉਹਦਾ ਖਿਤਾਬ, ਹਰ ਉਹਦੀ ਸਪੀਚ ਕੋਈ ਵੀ ਦੇਖ ਲਵੋ, ਇਮਰਾਨ ਖਾਨ ਦੇ ਕਾਲੇ ਕੱਪੜੇ, ਕਾਲਾ ਚਸ਼ਮਾ, ਕਾਲਾ ਬੈਕਗਰਾਊਂਡ। ਉਹਨੇ ਕਿਹਾ ਜੀ ਕਾਲਾ ਰੰਗ ਹੀ ਤੈਨੂੰ ਬਚਾਏਗਾ ਬਸ, ਅਤੇ ਤੂੰ ਕਾਲੇ ਰੰਗ 'ਚੋਂ ਨਹੀਂ ਨਿਕਲਣਾ। ਉਹ ਖਾਨ ਸਾਹਿਬ ਉਸ ਕਮੀਜ਼ ਕਾਲੀ ਦਾ ਜ਼ਿਕਰ ਕਰਦੇ ਰਹੇ, ਲੇਕਿਨ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਯਾਰ ਖਾਨ ਸਾਹਿਬ ਦਾ ਕੈਸਾ ਜ਼ੇਨ ਹੈ, ਉਹਨਾਂ ਨੇ ਕਿਸ ਤਰੀਕੇ ਦੇ ਨਾਲ ਉਸ ਉਸ ਚੀਜ਼ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਆਵਾਮ ਨੇ ਸੋਚਿਆ ਸ਼ਾਇਦ ਖਾਨ ਸਾਹਿਬ ਸਾਨੂੰ ਹਸਾਉਣ ਡਏ ਨੇ, ਅਤੇ ਬਸ ਹੱਸ ਖੇਡ ਕੇ ਆਵਾਮ ਜਿਹੜੀ ਉਹ ਸਾਈਡ 'ਤੇ ਹੋ ਜਾਂਦੀ। ਅਤੇ ਸਾਗਰ ਭਾਈ, ਇੱਕ ਉਹਨਾਂ ਨੇ ਫਿਰ ਇੱਕ ਹੋਰ ਗਾਣਾ ਵੀ ਰਿਲੀਜ਼ ਕੀਤਾ ਚੰਦ ਦਿਨ ਪਹਿਲੇ ਦੀ ਗੱਲ ਹੈ, ਲੋਟਾ ਲੋਟਾ ਮੈਂ ਵੀ ਲੋਟਾ ਤੂੰ ਵੀ ਲੋਟਾ। ਇਹ ਕੀ ਕਹਿ ਸਕਦੇ ਹੋ ਤੁਸੀਂ ਇਹਦੇ ਬਾਰੇ 'ਚ? ਕਿਆ ਤੁਹਾਡਾ ਨਹੀਂ ਜ਼ੇਨ ਉੱਥੇ ਕੰਮ ਕਰਦਾ ਕਿ ਪਾਕਿਸਤਾਨ ਦੇ ਵਿੱਚ ਲੋਟਾ ਕਰੇਸੀ ਦਾ ਕਿਸ ਕਦਰ ਸਿਸਟਮ ਜਿਹੜਾ ਵੇ ਉਹ ਇੱਥੇ ਫਾਲ ਹੈਗਾ ਕਿ ਤੁਸੀਂ ਦੇਖੋ ਕਿ ਕਿਤਨੇ ਲੋਟੇ, ਕਿਤਨੇ ਗੰਦੇ ਛਾਪਰ ਇਕੱਠੇ ਕਰਕੇ PTI ਬਣਾਈ ਗਈ ਸੀ। ਫਿਰ ਉਹ ਲੋਟੇ ਅਤੇ ਗੰਦੇ ਛਾਪਰਾਂ ਨੇ ਮਿਲ ਕੇ, PTI ਨੇ ਮਿਲ ਕੇ ਪਾਕਿਸਤਾਨ ਦੀ ਐਸੀ ਤੈਸੀ ਫੇਰੀ। ਇਹਦਾ ਮਤਲਬ ਹੈ, ਤੁਸੀਂ ਸੋਰੀ ਮੈਂ ਤੁਹਾਡੀ ਗੱਲ ਕੱਟੀ, ਇਹਦਾ ਮਤਲਬ ਹੈ ਕਿ ਜਿਹੜੀ PTI ਸੀ ਉਹ ਲੋਟਿਆਂ ਦਾ ਮੁਸਾਫਰਖਾਨਾ ਸੀ? ਮੁਸਾਫਰਖਾਨਾ ਨਹੀਂ ਜੀ, ਇਹ ਇੱਕ ਰੂੜੀ ਸੀ। ਇਹ ਗੰਦੇ ਛਾਪਰਾਂ ਦੀ ਇੱਕ ਰੂੜੀ ਨਹੀਂ ਹੁੰਦੀ, ਜਾਂ ਗੰਦੇ ਲੋਟਿਆਂ ਦੇ ਕਹਿ ਲਓ ਕਿ ਇੱਕ ਵਾਸ਼ਰੂਮ ਹੁੰਦਾ ਹੈ, ਜਾਂ ਕਹਿ ਲਓ ਕਿ ਇੱਕ ਕਾਫੀ ਏਰੀਏ ਦੇ ਵਿੱਚ ਲੋਟੇ ਹੀ ਲੋਟੇ ਜਮ੍ਹਾਂ ਕੀਤੇ ਗਏ ਹੁੰਦੇ ਨੇ ਗੰਦੇ ਵਾਸ਼ਰੂਮਾਂ 'ਚ। ਇਹ ਉਹ ਲੋਟੇ ਸਨ। ਇਹਨਾਂ ਨੇ ਮੁਲਕ ਤਬਾਹ ਕੀਤਾ। ਜਦੋਂ ਉਹਨਾਂ ਨੇ ਕਿਹਾ ਨਾ ਤੂੰ ਵੀ ਲੋਟਾ ਮੈਂ ਵੀ ਲੋਟਾ, ਉਹਨਾਂ ਨੇ ਤੰਗ ਆ ਕੇ, ਅਫਸਰਦਾ ਹੋ ਕੇ ਇਹ ਗੱਲ ਕਹੀ ਸੀ। ਉਹਨਾਂ ਕਿਹਾ ਕਿ ਆਵਾਮ ਵੀ ਲੋਟਾ ਹੈ। ਇਸੇ ਆਵਾਮ ਨੇ ਵੋਟ ਦੇ ਕੇ, ਇਸੇ ਆਵਾਮ ਨੇ ਨੱਚ ਕੇ
65 ਰੁਪਏ ਲੀਟਰ 62 ਰੁਪਏ ਲੀਟਰ ਪੈਟਰੋਲ ਸੀ। ਬਿਜਲੀ ਦਾ ਯੂਨਿਟ 4 ਰੁਪਏ ਦਾ ਸੀ। ਚੀਨੀ 52 ਰੁਪਏ ਕਿਲੋ ਤੇ ਆਟਾ ਉਦੋਂ ਕੋਈ 25-30 ਰੁਪਏ ਕਿਲੋ ਸੀ। ਇਸ ਆਵਾਮ ਨੇ ਨੱਚ ਕੇ ਜਦੋਂ ਇਸ ਲਗੜ ਬਗੜ ਨੂੰ ਇਮਰਾਨ ਖਾਨ ਨੂੰ ਅੱਗੇ ਲਿਆਂਦਾ ਨਾ, ਲੋਟਿਆਂ ਦੀ ਰੂੜੀ ਇਕੱਠੀ ਕਰਕੇ ਇਹਨਾਂ ਨੇ ਪਾਕਿਸਤਾਨ ਦੀ ਪਾਰਲੀਮੈਂਟ 'ਚ ਇਕੱਠੀ ਕਰ ਦਿੱਤੀ ਹੈ ਔਰ ਫਿਰ ਪਾਕਿਸਤਾਨ ਬਰਬਾਦ ਹੋਇਆ। ਅਫਸੁਰਦਾ ਹੋ ਕੇ ਤੰਗ ਆ ਕੇ ਉਹਨਾਂ ਨੇ ਕਿਹਾ ਕਿ ਤੁਸੀਂ ਵੀ ਲੋਟੇ ਹੋ, ਅਸੀਂ ਸਾਰੇ ਲੋਟੇ। ਔਰ ਇਹ ਵਾਕਈ ਇਹ ਲੋਟਾ ਕ੍ਰੇਸੀ ਪਾਕਿਸਤਾਨ ਦੇ ਵਿੱਚ ਰਾਜ ਕਰਦੀ ਰਹੀ, ਜਿਸ ਵਜ੍ਹਾ ਤੋਂ ਅੱਜ ਹਰ ਬੱਚਾ ਜਿਹੜਾ ਨਾ ਉਹ ਪਰੇਸ਼ਾਨ ਹੈ। ਤੇ ਆਖਰ 'ਚ ਬਾਈ ਜਾਨ ਮੈਂ ਤੁਹਾਨੂੰ ਇਹ ਪੁੱਛਣਾ ਹੈ ਕਿ ਉਹਨਾਂ ਨੇ ਇੱਕ ਰਾਗ ਮੁਹੱਬਤ ਵੀ ਚਾਹਤ ਫਤਿਹ ਅਲੀ ਖਾਨ ਨੇ ਰਿਲੀਜ਼ ਕੀਤਾ ਹੈ। ਰਾਗ ਮੁਹੱਬਤ ਦੀ ਨਹੀਂ ਮੈਨੂੰ ਅਜੇ ਤੱਕ ਸਮਝ ਆਈ ਹੈ ਕੀ ਚੀਜ਼ ਹੈ। ਰਾਗ ਮੁਹੱਬਤ ਜਿਹੜਾ ਹੈ ਉਹਦੇ ਵਿੱਚ ਵੀ ਇੱਕ ਸਟੋਰੀ ਹੈ ਕਿ ਤੁਸੀਂ ਦੇਖੋ ਉਹਨਾਂ ਨੇ ਅਲਫ ਬੇ ਇਹ ਉਹ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ। ਮਤਲਬ ਇਹ ਕਿ ਇੱਕ ਬੱਚਾ ਪਹਿਲੇ ਦਿਨ ਦਾ ਪਹਿਲੇ ਮਤਲਬ ਸਾਲ 2-3-4 ਸਾਲ ਤੋਂ ਬਾਅਦ ਜੋ ਸਕੂਲ ਜਾਂਦਾ ਨਾ, ਉਹਨੂੰ ਅਲਫ ਪੜ੍ਹਾਇਆ ਜਾਂਦੀ, ਫਿਰ ਬੇ ਪੜ੍ਹਾਇਆ ਜਾਂਦਾ, ਯਾਨੀ ABC ਪੜ੍ਹਾਈ ਜਾਂਦੀ ਹੈ। ਉਹ ਛੋਟੇ ਜਿਹੇ ਬੱਚੇ ਹੁੰਦੇ ਨੇ, ਬਿਲਕੁਲ ਛੋਟੇ ਹੁੰਦੇ ਨੇ, ਉਹਨਾਂ ਦਾ ਜ਼ਹਨ ਜੇ ਬਿਲਕੁਲ ਛੋਟਾ ਹੁੰਦਾ ਹੈ, ਇਸ ਲਈ ਉਹਨਾਂ ਨੂੰ ਸਟਾਰਟ ਦੇ ਵਿੱਚ ਅਲਫ ਬੇ ਪੜ੍ਹਾਈ ਜਾਂਦੀ। ਪਾਕਿਸਤਾਨੀ ਉਹ ਕੌਮ ਜਿਹੜੀ ਇਮਰਾਨ ਖਾਨ ਦੇ ਪਿੱਛੇ ਨੱਚ ਰਹੀ ਹੈ, ਇਹਨਾਂ ਦੇ ਜ਼ਹਨ ਏਡੇ ਇੱਕ ਛੋਟੇ ਨੇ, ਇਹਨਾਂ ਨੂੰ ਅਲਫ ਤੋਂ ਸਟਾਰਟ ਕਰਵਾ ਦਿੱਤਾ ਗਿਆ, ਯਾਨੀ ਏਡੇ ਛੋਟੇ ਜ਼ਹਨ ਕਰ ਦਿੱਤੇ ਗਏ ਨੇ। ਔਰ ਰਾਗ ਮੁਹੱਬਤ ਦਾ ਜਿਹੜਾ ਉਹਨਾਂ ਜ਼ਿਕਰ ਕੀਤਾ ਹੈ ਨਾ, ਉਹਦੀ ਹਕੀਕਤ ਇੰਝ ਹੈ ਕਿ ਅੱਜ ਤੁਸੀਂ ਦੇਖ ਲਓ, ਇਮਰਾਨ ਖਾਨ ਨੇ ਇਹਨਾਂ ਦੀਆਂ ਕੁੜੀਆਂ ਨਚਾਈਆਂ, ਲੇਕਿਨ ਉਹ ਫਿਰ ਵੀ ਇਮਰਾਨ ਖਾਨ ਨਾਲ ਮੁਹੱਬਤ ਕਰ ਰਹੇ ਨੇ। ਇਮਰਾਨ ਖਾਨ ਨੇ ਮੁਲਕ ਦਿਵਾਲੀਆ ਕਰ ਦਿੱਤਾ ਕਰਜ਼ੇ ਲੈ ਕੇ, ਤਰੱਕਿਆਤੀ ਮਨਸੂਬੇ ਰੋਕ ਕੇ, ਲੇਕਿਨ ਫਿਰ ਵੀ ਉਹ ਇਮਰਾਨ ਖਾਨ ਨਾਲ ਉਹ ਵੀ ਮੁਹੱਬਤ ਕਰ ਰਹੇ। ਉਹਨਾਂ ਦੀਆਂ ਮਾਵਾਂ ਵੀ ਕਹਿੰਦੀਆਂ ਜੀ ਅਸੀਂ ਸ਼ਾਦੀਆਂ ਕਰ ਲਈਏ, ਸਾਨੂੰ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਕੋਈ ਕੁੜੀਆਂ ਆ ਕੇ ਕਹਿੰਦੀਆਂ ਜੀ ਮੇਰੀ ਅੰਮੀ ਇਮਰਾਨ ਖਾਨ ਨਾਲ ਸ਼ਾਦੀ ਕਰਨਾ ਚਾਹੁੰਦੀ, ਕੋਈ ਬੰਦਾ ਆ ਕੇ ਕਹਿੰਦਾ ਮੈਂ ਖਾਨ ਸਾਹਿਬ ਨਾਲ ਸ਼ਾਦੀ ਕਰਨਾ ਚਾਹੁੰਦਾ, ਖੁਸਰਾ ਬਣ ਕੇ ਕਹਿ ਰਿਹਾ। ਸਾਰੇ ਲੋਕ ਇਮਰਾਨ ਖਾਨ ਨਾਲ ਮੁਹੱਬਤ ਕਰ ਰਹੇ ਨੇ। ਉਹਨਾਂ ਨੇ ਇੱਕ ਇਸ਼ਾਰਾ ਦਿੱਤਾ ਹੈ ਇਸ ਕੌਮ ਨੂੰ ਕਿ ਉਸ ਬੰਦੇ ਨੇ ਮੁਲਕ ਬਰਬਾਦ ਕਰ ਦਿੱਤਾ ਹੈ, ਉਸ ਬੰਦੇ ਨੇ ਮਹਿੰਗਾਈ ਔਰ IMF ਦੇ ਨਾਲ ਉਹ ਮੁਆਹਦੇ ਕਰਕੇ ਅੱਜ ਪਾਕਿਸਤਾਨ ਦੇ ਬੱਚੇ ਦਾ ਜੀਣਾ ਮੁਹਾਲ ਕਰਤਾ ਹੈ। ਲੇਕਿਨ ਇਹ ਕੌਮ ਫਿਰ ਵੀ ਉਹਨੂੰ ਮੁਹੱਬਤ ਕਰ ਰਹੀ ਹੈ। ਉਹਨਾਂ ਨੇ ਤਾਂ ਰਾਗ ਮੁਹੱਬਤ ਇਸ ਚੀਜ਼ ਨੂੰ ਕਿਹਾ, ਖਾਨ ਸਾਹਿਬ ਨੇ ਅੱਗੇ ਕੌਮ ਦੀ ਮਰਜ਼ੀ ਹੈ, ਮੰਨੇ ਸਮਝ ਜਾਵੇ, ਨਹੀਂ ਤੇ ਫਿਰ ਉਹ ਰਾਗ ਮੁਹੱਬਤ ਦਾ ਅਲਫ ਬੇ ਅਲਾਪ ਦੀ ਰਵੇ। ਅੰਨੇ ਬੋਲੇ ਤੇ ਹੋ ਗਏ ਨੇ ਲੋਕ, ਅੱਗੇ ਮਰਦੇ ਪਏ ਨੇ, ਤੇ ਫਿਰ ਉਹ ਰਾਗ ਅਲਾਪ ਦੇ ਰਹਿਣ ਅਲਫ ਬੇ ਜਿਹੜੀ ਉਹਨੇ ਦੱਸੀ ਉਹ ਇਹੀ ਕਹਿ ਰਿਹਾ ਕਿ ਅਲਫ ਬੇ ਤੇ ਲਾਤੇ ਨੇ। ਇਹ PTI ਵਾਲੇ ਛੋਟੇ ਦਿਮਾਗ ਦੇ ਲੋਕ ਨੇ, ਇਹਨਾਂ ਨੇ ਅਲਫ ਬੇ ਤੋਂ ਅੱਗੇ ਨਹੀਂ ਜਾਣਾ। ਇਹ ਜੇ ਰਾਗ ਮੁਹੱਬਤ। ਤੇ ਦੋਸਤੋ ਤੁਸੀਂ ਫਿਰ ਇਸ਼ਫਾਕ ਸਾਗਰ ਸਾਹਿਬ ਦੀ ਗੱਲ ਸੁਣੀ ਤੇ ਮੈਨੂੰ ਇਹ ਗੱਲ ਦੀ ਸਮਝ ਆਈ ਹੈ। ਇਸ਼ਫਾਕ ਸਾਗਰ ਸਾਹਿਬ ਦਾ ਇਹ ਕਹਿਣਾ ਹੈ ਕਿ ਜਿਹੜੇ ਚਾਹਤ ਫਤਿਹ ਅਲੀ ਖਾਨ ਨੇ, ਉਹਨਾਂ ਦੀ ਜਿਹੜੀ ਸ਼ਾਇਰੀ ਤੇ ਜਿਹੜੀ ਉਹ ਸਿੰਗਿੰਗ ਕਰਦੇ ਨੇ, ਉਹਦੇ ਵਿੱਚ ਇੱਕ ਪਾਕਿਸਤਾਨ ਦੀ ਸਿਆਸਤ ਹੈ ਤੇ ਮੌਜੂਦਾ ਹਾਲਾਤ ਜਿਹੜੇ ਹੈਗੇ ਨੇ ਉਹਨਾਂ ਦਾ ਉੱਤੇ ਉਹਨਾਂ ਨੇ ਇਹ ਸਾਰੇ ਗਾਣੇ ਬਣਾਏ ਨੇ। ਤੇ ਸਾਡੀ ਆਵਾਮ ਫਿਰ ਉਹਨਾਂ ਦੇ ਗਾਣੇ ਸੁਣ ਕੇ ਸਬਕ ਹਾਸਲ ਨਹੀਂ ਕਰਦੀ ਤੇ ਮਜ਼ੇ ਕਰਕੇ ਇੰਜੋਏ ਕਰਕੇ ਸੋ ਜਾਂਦੀ। ਤੇ ਖ਼ਾਸ ਤੌਰ 'ਤੇ ਉਹਨਾਂ ਨੇ ਇਮਰਾਨ ਖਾਨ ਦੇ ਹਾਲਾਤ ਵਾਕਿਆਤ ਆਪਣੀ ਸ਼ਾਇਰੀ ਦੇ ਵਿੱਚ ਉਜਾਗਰ ਕੀਤੇ ਨੇ। ਤੇ ਦੋਸਤੋ ਹੁਣ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ। ਤੇ ਤੁਹਾਡੇ ਨਾਲ ਗੁਜ਼ਾਰਿਸ਼ ਹੈ ਕਿ ਸਾਡੇ ਇਸ ਸਿਆਸੀ ਮਨਾਜ਼ਰਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਹਦੇ ਨਾਲ ਲੱਗੀ ਟੱਲੀ ਦਾ ਬਟਨ ਵੀ ਵਜਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਸਕੇ। ਤੇ ਦੋਸਤੋ ਅਗਲੀ ਵੀਡੀਓ ਤੱਕ ਦਵੋ ਇਜਾਜ਼ਤ। ਅੱਲਾ ਹਾਫਿਜ਼।